श्री नानक पाद पंकज बंधन पाद पंकज बंदना सिमरो अंगद दुख निकंदना अमरदास गुर हृदय त्यागो हृदय त्यागो श्री गुरु रामदास गुण गावो श्री अर्जन विघ्नन के नाशक विघ्नन के नाशक हर गोबिंद शुभ समत प्रकाशक श्री हर राय नमो कर जोरी नमो कर जोरी गुरु हर कृष्ण मनाए बहोरी तेग बहादुर परम कृपाला परम कृपाला श्री गुरु गोबिंद सिंह विसाला तरों तरा पर पुन पुन सीसा पुन पुन सीसा बंदों बार बार जगदीशा जिसमें अमृत ज्ञान है मानक भगत वैराग श्री गुरु ग्रंथ साहिब उदद बंदों कर अनुराग एकंकारा सतगुरु ते प्रसाद सत होए वाहिगुरु जी की फतेह विघ्न विनाशन सोए वाहिगुरु जी की फतेह विघ्न विनाशन सोए दोहरा मिलियो जाए कै नानकी मन कर अदक स्नेह असन बसन आन्यो हो तो देव बैस कर गृह जुग जुग अटल साहिब श्री गुरु ग्रंथ साहिब जी महाराज जी की पावन पवित्र हजूरी अंदर हाजरियां भरे सत्कारयोग सत्संगी जनों दोवें हाथ जोड़ के फतेह प्रवान करो आखो जी वाहिगुरु जी का खालसा वाहिगुरु जी की फतेह। सतगुरां जी की किरपा दे सदका ਅਸੀਂ ਪਿਛਲੇ ਦੀਵਾਨਾਂ ਦੇ ਵਿੱਚ ਸ਼੍ਰੀ ਗੁਰੂ ਨਾਨਕ ਪ੍ਰਕਾਸ਼ ਦੇ ਵਿੱਚੋਂ ਪੂਰਵ ਰਾਗ ਅਧਿਆਇ 17ਵੇਂ ਦਾ ਪ੍ਰਸੰਗ ਸਮਾਪਤ ਕੀਤਾ ਸੀ, ਜਿਸ ਦੇ ਵਿੱਚ ਅਸੀਂ ਇਹ ਵਿਚਾਰਾਂ ਸਰਵਣ ਕੀਤੀਆਂ ਸਨ ਕਿ ਮਹਿਤਾ ਕਾਲੂ ਜੀ ਆਪਣੇ ਪੁੱਤਰ ਨੂੰ ਮਿਲਣ ਦੇ ਵਾਸਤੇ ਸੁਲਤਾਨਪੁਰ ਦੀ ਧਰਤੀ ਉੱਤੇ ਜਾਂਦੇ ਨੇ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਿਹੜੀ ਮੋਦੀਖਾਨੇ ਦੇ ਵਿੱਚ ਨੌਕਰੀ ਕਰਦੇ ਨੇ, ਮੋਦੀਖਾਨੇ ਦੀ ਕਾਰ ਕਰਦੇ ਨੇ, ਉਸ ਦੇ ਬਾਬਤ ਵਿਚਾਰ ਚਰਚਾ ਕਰਦੇ ਨੇ ਤੇ ਨਾਲ ਹੀ ਨਾਲ ਫਿਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਸਮਝਾਉਣਾ ਵੀ ਕਰਦੇ ਨੇ, ਧਨ ਜੋੜਨ ਦੀ ਬਿਰਤੀ ਵੀ ਸਮਝਾਉਂਦੇ ਨੇ ਵੀ ਕਿਸ ਤਰ੍ਹਾਂ ਤੁਸੀਂ ਧਨ ਨੂੰ ਜੋੜਨਾ ਹੈ। ਤੇ ਫਿਰ ਉਸ ਅਸਥਾਨ ਤੋਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਪਿਆਰ ਵੰਡਦੇ ਹੋਏ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਨਾਲ ਪ੍ਰੇਮ ਕਰਦੇ ਹੋਏ ਗਲਵਕੜੀ ਪਾਉਣ ਤੋਂ ਬਾਅਦ ਮਹਿਤਾ ਕਾਲੂ ਦੀ ਚਾਲੇ ਪਾ ਦਿੰਦੇ ਨੇ। ਇੱਥੋਂ ਤੱਕ ਪ੍ਰਸੰਗ ਅਸੀਂ ਸਰਵਣ ਕਰ ਚੁੱਕੇ ਹਾਂ। ਅੱਜ ਅਧਿਆਇ 18ਵੇਂ ਦੇ ਪ੍ਰਸੰਗ ਦੀ ਆਰੰਭਤਾ ਹੈ। ਆਓ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸੀਸ ਝੁਕਾਉਂਦੇ ਹੋਇਆਂ ਆਪਣੀ ਰਸਨਾ ਤੋਂ ਉਚਾਰਨ ਕਰੀਏ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ। दोहरा मिलियो जाए कै नानकी मन कर अधिक स्नेह असन बसन आन्यो तो देव बैस कर गृह
ਜਿਵੇਂ ਹੀ ਮਹਿਤਾ ਕਾਲੂ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ, ਉਹਨਾਂ ਨੂੰ ਪ੍ਰੇਮ ਪਿਆਰ ਕਰਨ ਤੋਂ ਬਾਅਦ ਉਸ ਅਸਥਾਨ ਤੋਂ ਤੁਰਦੇ ਨੇ ਤਾਂ ਬੇਬੇ ਨਾਨਕੀ ਜੀ ਨੂੰ ਮਿਲਣ ਦੇ ਵਾਸਤੇ ਉਸ ਅਸਥਾਨ ਦੇ ਉੱਤੇ ਪਹੁੰਚਦੇ ਨੇ ਜਿੱਥੇ ਜੈ ਰਾਮ ਜੀ ਰਹਿੰਦੇ ਨੇ, ਬੇਬੇ ਨਾਨਕੀ ਜੀ ਰਹਿੰਦੇ ਨੇ। ਮੁਲਾਕਾਤ ਹੁੰਦੀ ਹੈ ਤੇ ਉੱਥੇ ਜਾ ਕੇ ਹੁਣ ਬਾਬਾ ਕਾਲੂ ਜੀ ਆਪਣੇ ਮਨ ਦੇ ਵਿੱਚ ਅਨੇਕ ਤਰ੍ਹਾਂ ਦੇ ਨਾਲ ਪਿਆਰ ਦੇ ਭੰਡਾਰੇ ਭਰ ਕੇ ਬੜੇ ਪਿਆਰ ਦੇ ਨਾਲ ਆਪਣੀ ਧੀ ਨੂੰ, ਆਪਣੀ ਪੁੱਤਰੀ ਨੂੰ, ਬੇਬੇ ਨਾਨਕੀ ਜੀ ਨੂੰ ਮਿਲਦੇ ਨੇ ਤੇ ਫਿਰ ਨਾਲ ਹੀ ਨਾਲ ਆਖਦੇ ਨੇ ਅਸਨ ਬਸਨ ਆਨਿਓ ਹੁਤੋ ਦਿਓ ਬੈਸ ਕਰ ਗਏ, ਵੀ ਜੋ ਵੀ ਆਪਣੇ ਘਰ ਦੇ ਵਿੱਚੋਂ ਮਹਿਤਾ ਕਾਲੂ ਜੀ ਆਪਣੀ ਧੀ ਨੂੰ ਦੇਣ ਦੇ ਵਾਸਤੇ ਬਸਤਰ ਲੈ ਕੇ ਆਏ ਸਨ, ਭੋਜਨ ਲੈ ਕੇ ਆਏ ਸਨ, ਉਹ ਸਾਰਿਆਂ ਦੀਆਂ ਸਾਰੀਆਂ ਰਸਦਾਂ ਬਸਦਾਂ ਬੇਬੇ ਨਾਨਕੀ ਜੀ ਨੂੰ ਦੇ ਦਿੱਤੀਆਂ ਨੇ। ਸੋਰਠਾ ਆਇਓ ਬੋਹਰ ਜਾ ਰਾਮ ਸਾਦਰ ਤੇ ਬੰਧਨ ਕਰੀ, ਮਿਲ ਵੈਸੇ ਸਭ ਧਾਮ ਰਿਦਾ ਅਮੋਦੇ ਸੰਗ ਪਰ। ਕਹਿੰਦੇ ਇੰਨੇ ਨੂੰ ਹੀ ਉਸ ਅਸਥਾਨ ਦੇ ਉੱਤੇ ਭਾਈ ਜੈ ਰਾਮ ਜੀ ਵੀ ਪਹੁੰਚ ਜਾਂਦੇ ਨੇ। ਜਦੋਂ ਜੈ ਰਾਮ ਜੀ ਨੂੰ ਪਤਾ ਲੱਗਦਾ ਹੈ ਕਿ ਬੇਬੇ ਨਾਨਕੀ ਜੀ ਦੇ ਪਿਤਾ ਜੀ ਆਏ ਨੇ, ਤਲਵੰਡੀ ਤੋਂ ਚੱਲ ਕੇ ਪਹੁੰਚੇ ਨੇ, ਤਾਂ ਜੈ ਰਾਮ ਜੀ ਵੀ ਆਪਣੇ ਘਰ ਦੇ ਵਿੱਚ ਪਹੁੰਚ ਜਾਂਦੇ ਨੇ ਤੇ ਫਿਰ ਆ ਕੇ ਬੜੇ ਅਦਬ ਦੇ ਨਾਲ, ਸਤਿਕਾਰ ਦੇ ਨਾਲ ਵੰਦਨਾ ਕਰਦੇ ਨੇ ਮਹਿਤਾ ਕਾਲੂ ਜੀ ਨੂੰ ਤੇ ਫਿਰ ਨਾਲ ਹੀ ਨਾਲ ਆਪਣੇ ਹਿਰਦੇ ਦੇ ਵਿੱਚ ਖੁਸ਼ੀ ਭਰ ਕੇ ਸਾਰੇ ਜੀ ਰਲ ਮਿਲ ਕੇ ਬੈਠਦੇ ਹਨ। ਸ਼ਸ਼ ਬਦਨਾ ਛੰਦ ਮਿਲ ਰਲ ਬੈਸਾ, ਕੁਸ਼ਲ ਬੁਝੇਸਾ ਤਬ ਬਚ ਤਬ ਕਾਲੂ ਕਹਿਤੇ ਉਤਾਲੂ। ਤੇ ਇਸੇ ਤਰ੍ਹਾਂ ਕਹਿੰਦੇ ਸਾਰੇ ਰਲ ਮਿਲ ਕੇ ਬੈਠ ਜਾਂਦੇ ਨੇ, ਫਿਰ ਆਪਸ ਦੇ ਵਿੱਚ ਸੁਖ ਸਾਂਦ ਪੁੱਛਦੇ ਨੇ। ਬਚ ਤਬ ਕਾਲੂ, ਫਿਰ ਬਾਅਦ ਦੇ ਵਿੱਚ ਬਾਬਾ ਕਾਲੂ ਜੀ ਨੇ ਬਚਨ ਕੀਤੇ ਨੇ ਕਹਿਤ ਉਤਾਲੂ। ਬੜੀ ਕਾਲੀ ਦੇ ਵਿੱਚ ਮਹਿਤਾ ਕਾਲੂ ਜੀ ਹੁਣ ਬੋਲੇ ਨੇ, ਸੁਤ ਮਮ ਆਇਓ ਨਹਿ ਸਮਝਾਇਓ ਕਰਤ ਪੁਕਾਰਾ ਸਦਨ ਉਜਾਰਾ। ਕਹਿੰਦੇ ਤੁਹਾਡੇ ਕੋਲ ਮੈਂ ਆਪਣੇ ਪੁੱਤਰ ਨੂੰ ਭੇਜਿਆ ਸੀ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਭੇਜਿਆ ਸੀ ਸੁਲਤਾਨਪੁਰ ਤੁਹਾਡੇ ਕੋਲ। ਕਹਿੰਦੇ ਉਹ ਇੱਥੇ ਆ ਕੇ ਤੁਸੀਂ ਉਹਨਾਂ ਨੂੰ ਬਿਲਕੁਲ ਵੀ ਨਹੀਂ ਸਮਝਾਇਆ, ਤੁਹਾਡੀ ਜ਼ਿੰਮੇਵਾਰੀ ਬਣਦੀ ਸੀ, ਤੁਸੀਂ ਉਹਨਾਂ ਤੋਂ ਵੱਡੇ ਹੋ, ਵਡੇਰੇ ਹੋ, ਤੁਹਾਡੀ ਜ਼ਿੰਮੇਵਾਰੀ ਬਣਦੀ ਸੀ ਉਹਨਾਂ ਨੂੰ ਸਮਝਾਉਣ ਦੀ। ਕਹਿੰਦੇ ਉਹ ਬੜਾ ਹੀ ਗਲਤ ਕੰਮ ਕਰ ਰਹੇ ਨੇ, ਉਹਨਾਂ ਨੇ ਘਰ ਦਾ ਉਜਾੜਾ ਹੀ ਕੀਤਾ ਹੈ। ਸੁਧ ਨਹਿ ਲੀਨੋ ਤੁਮ ਕਿਆ ਕੀਨੋ, ਸੁਰਤ ਵਿਸਾਰਾ ਕਹਿ ਤਨ ਡਾਰਾ। ਕਹਿੰਦੇ ਤੁਸੀਂ ਉਹਨਾਂ ਦੀ ਖਬਰ ਸਾਰੀ ਨਹੀਂ ਲਈ, ਤੁਸੀਂ ਇਹ ਯਤਨ ਹੀ ਨਹੀਂ ਕੀਤਾ ਵੀ ਉਹ ਕੀ ਕੰਮ ਕਰਦੇ ਨੇ। ਜਿਹੜੇ ਮੋਦੀ ਖਾਨੇ ਦੇ ਵਿੱਚ ਕੰਮ ਕਰਦੇ ਨੇ ਨਾ, ਤੁਸੀਂ ਉਸ ਦੀ ਖਬਰ ਹੀ ਨਹੀਂ ਲਈ ਵੀ ਉਹ ਧਨ ਕਮਾਉਂਦੇ ਨੇ, ਧਨ ਦਾ ਕੀ ਕਰਦੇ ਨੇ, ਕੀ ਨਹੀਂ ਕਰਦੇ। ਤੇ ਇਸ ਕਰਕੇ ਤੁਸੀਂ ਉਹਨਾਂ ਦੀ ਖਬਰਸਾਰ ਨਹੀਂ ਲਈ। ਤੁਸੀਂ ਇਹ ਕੀ ਕੀਤਾ ਹੈ, ਉਹਨਾਂ ਦਾ ਖਿਆਲ ਹੀ ਨਹੀਂ ਕੀਤਾ, ਆਪਣੇ ਮਨ ਦੇ ਵਿੱਚੋਂ ਖਿਆਲ ਵਿਸਾਰ ਹੀ ਦਿੱਤਾ। ਕਹਿੰਦੇ ਇਹ ਵੀ ਨਹੀਂ ਸੋਚਣ ਦਾ ਯਤਨ ਕੀਤਾ ਵੀ ਇੰਨੀ ਕਮਾਈ ਅੱਜ ਤੱਕ ਕੀਤੀ ਹੈ, ਵੀ ਉਹ ਧਨ ਗਿਆ ਕਿੱਥੇ ਹੈ। ਨਹਿਨ ਵਿਵਾਹਾ ਚਿਤ ਮਹਿ ਚਾਹਾ, ਧਨ ਨਹਿ ਖੋਵੈ ਅਸਵਿਦ ਹੋਵੈ। ਤੇ ਨਾ ਹੀ ਕਹਿੰਦੇ ਫਿਰ ਉਹਨਾਂ ਦੇ ਮਨ ਦੇ ਵਿੱਚ ਵਿਆਹ ਕਰਨ ਦੀ ਕੋਈ ਇੱਛਾ ਪ੍ਰਗਟ ਕੀਤੀ ਹੈ। ਮਹਿਤਾ ਕਾਲੂ ਜੀ ਆਖਦੇ ਨੇ ਜੈ ਰਾਮ ਜੀ ਤੇ ਬੇਬੇ ਨਾਨਕੀ ਜੀ ਨੂੰ, ਕਹਿੰਦੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਜਦੋਂ ਮਿਲ ਕੇ ਆਉਂਦੇ ਨੇ, ਆਖਦੇ ਨੇ ਕਹਿੰਦੇ ਵੀ ਨਾ ਹੀ ਉਹਨਾਂ ਨੇ ਆਪਣੇ ਮਨ ਦੇ ਵਿੱਚ ਵਿਆਹ ਦੇ ਬਾਬਤ ਕੋਈ ਇੱਛਾ ਜ਼ਾਹਰ ਕੀਤੀ ਹੈ ਤੇ ਨਾ ਹੀ ਉਹਨਾਂ ਦੇ ਮਨ ਦੇ ਵਿੱਚ ਕੋਈ ਇੱਛਾ ਜੀ ਹੈ ਸੀ। ਤੇ ਇਸੇ ਕਰਕੇ ਕਹਿੰਦੇ ਨਾ ਹੀ ਉਹਨਾਂ ਨੇ ਧਨ ਨੂੰ ਜੋੜਿਆ ਹੈ ਤੇ ਸਗੋਂ ਜੋ ਕੁਝ ਵੀ ਕਮਾਇਆ ਸੀ ਉਹ ਸਾਰੇ ਦਾ ਸਾਰਾ ਗਵਾਇਆ ਹੀ ਹੈ। ਕਰ ਰਖਵਾਰੀ ਨਿਤ ਸੁਧਕਾਰੀ, ਬਹੁਤ ਧਨ ਆਵੈ ਕਹਿ ਵਿਦ ਜਾਵੈ। ਕਹਿੰਦੇ ਤੁਹਾਡੀ ਮੈਂ ਜ਼ਿੰਮੇਵਾਰੀ ਲਗਾ ਰਿਹਾ ਆ, ਤੁਸੀਂ ਚੰਗੇ ਤਰੀਕੇ ਦੇ ਨਾਲ ਮੇਰੇ ਪੁੱਤ ਨਾਨਕ ਦਾ ਖਿਆਲ ਰੱਖਣਾ ਹੈ, ਤੁਸੀਂ ਉਹਦੀ ਰਾਖੀ ਕਰਨੀ ਹੈ, ਦੇਖਣਾ ਹੈ ਤੇ ਨਾਲ ਹੀ ਨਾਲ ਉਹਨਾਂ ਨੂੰ ਸਮਝਾਉਣਾ ਵੀ ਹੈ। ਤੇ ਕਹਿੰਦੇ ਧਨ ਤਾਂ ਬਹੁਤ ਆਉਂਦਾ ਹੈ, ਕਮਾਈ ਤਾਂ ਬਹੁਤ ਕਰਦੇ ਨੇ, ਪਰ ਕਹਿੰਦੇ ਉਹ ਜਾਂਦਾ ਕਿੱਥੇ ਹੈ ਇਸ ਬਾਬਤ ਬਾਰੇ ਸਾਨੂੰ ਕੋਈ ਪਤਾ ਨਹੀਂ ਹੈ। ਉਚੰਗ ਛੰਦ ਕਹੈ ਨਾਨਕੀ ਬੈਨ, ਤਤ ਸੁਣੀ ਜੈ ਲਗਿਓ ਕਰ ਪ੍ਰਾਤਾ ਭਲੇ ਹੀ ਜਨੀ ਜੈ। ਤੇ ਫਿਰ ਬੇਬੇ ਨਾਨਕੀ ਜੀ ਨੇ ਜਦੋਂ ਆਪਣੇ ਪਿਤਾ ਜੀ ਦੇ ਬਚਨ ਸੁਣੇ ਤਾਂ ਬੇਬੇ ਨਾਨਕੀ ਜੀ ਹੁਣ ਉਹਨਾਂ ਦੇ ਨਾਲ ਵਿਚਾਰ ਕਰਦੇ ਨੇ, ਆਖਦੇ ਨੇ ਤਾਤਕ ਦਾ ਭਾਵ ਹੁੰਦਾ ਪਿਤਾ। ਕਹੈ ਨਾਨਕੀ ਬੈਨ, ਬੇਬੇ ਨਾਨਕੀ ਜੀ ਬੋਲੇ ਤਾਤਕ ਸੁਣੀ ਜੈ, ਹੇ ਪਿਤਾ ਜੀ ਮੇਰੀ ਗੱਲ ਨੂੰ ਸੁਣੋ। ਲਗਿਓ ਕਰ ਭਰਾਤਾ ਭਲੇ ਹੀ ਜਨੀ ਜੈ,
ਕਹਿੰਦੇ ਮੇਰੀ ਗੱਲ ਸੁਣੋ, ਜਿਹੜਾ ਮੇਰਾ ਵੀਰ ਹੈ ਨਾ, ਛੋਟਾ ਵੀਰ, ਉਹ ਬੜੇ ਚੰਗੇ ਕੰਮ ਦੇ ਵਿੱਚ ਲੱਗਾ ਹੈ, ਕੰਮ ਕਰ ਰਹੇ ਨੇ, ਤੁਸੀਂ ਇਸੇ ਗੱਲ ਨੂੰ ਹੀ ਭਲਾ ਸਮਝੋ। ਹੋਵੇ ਹੈ ਕਿਤੇ ਥਾਏ ਵੈਸੇ ਸਗਾਈ, ਉਦਾਸੀਨ ਜਾ ਕੋ ਲਖੀ ਜੈ ਸੁਭਾਈ। ਕਹਿੰਦੇ ਵੀ ਉਹ ਹੁਣ ਵਧੀਆ ਤਰੀਕੇ ਦੇ ਨਾਲ ਕੰਮ ਕਰਦੇ ਨੇ, ਕਿਸੇ ਚੰਗੇ ਕੰਮ ਦੇ ਵਿੱਚ ਲੱਗੇ ਨੇ, ਇਸੇ ਗੱਲ ਨੂੰ ਤੁਸੀਂ ਭਲਾ ਸਮਝੋ। ਇਸੇ ਤਰ੍ਹਾਂ ਹੀ ਉਹਨਾਂ ਦੀ ਕਿਸੇ ਨਾ ਕਿਸੇ ਥਾਂ ਦੇ ਉੱਤੇ ਸਗਾਈ ਹੋ ਜਾਵੇਗੀ, ਉਹਨਾਂ ਦਾ ਰਿਸ਼ਤਾ ਹੋ ਜਾਵੇਗਾ, ਉਹਨਾਂ ਦਾ ਕਿਤੇ ਨਾ ਕਿਤੇ ਨਾਤਾ ਜੁੜ ਜਾਵੇਗਾ। ਕਹਿੰਦੇ ਤੁਹਾਡਾ ਚਿੱਤ ਬਹੁਤ ਉਦਾਸ ਲੱਗਦਾ ਹੈ। यहाँ आन तेरो कछु न है कोई, सवारे विगारे निजंकार सोई। ਕਹਿੰਦੇ ਇੱਥੇ ਆ ਕੇ ਤਾਂ ਨਹੀਂ ਉਹਨਾਂ ਨੇ ਤੁਹਾਡਾ ਕੁਝ ਗਵਾਇਆ, ਕਿਉਂਕਿ ਬੇਬੇ ਨਾਨਕੀ ਜੀ ਵੀ ਬਚਪਨ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਸੁਭਾਅ ਤੋਂ ਚੰਗੀ ਤਰ੍ਹਾਂ ਵਾਕਫ ਨੇ ਕਿ ਦਿਆਲੂ ਸੁਭਾਅ ਦੇ ਨੇ। ਹੁਣ ਮਹਿਤਾ ਕਾਲੂ ਜੀ ਪੁੱਛਦੇ ਨੇ ਵੀ ਤੁਹਾਡੇ ਘਰ ਦਾ ਤਾਂ ਨਹੀਂ ਕੋਈ ਨੁਕਸਾਨ ਕੀਤਾ ਉਹਨਾਂ ਨੇ? ਤੇ ਫਿਰ ਮਾਤਾ ਜੀ, ਫਿਰ ਬੇਬੇ ਨਾਨਕੀ ਜੀ ਆਖਦੇ ਨੇ, ਕਹਿੰਦੇ ਵੀ ਉਹ ਤਾਂ ਆਪਣੀ ਹੀ ਕਾਰ ਕਮਾਈ ਨੂੰ ਕਰਦੇ ਨੇ, ਆਪਣੀ ਕਾਰ ਕਮਾਈ ਨੂੰ ਸੰਭਾਲਤਾ ਤੇ ਵਿਗੜਦਾ ਹੈ। ਭਣੇ ਬੈਨ ਜੈ ਰਾਮ ਤਾ ਸੋ ਸੁਨਾਈ, ਪਇਓ ਹੈ ਅਬੈ ਸੋਧ ਜਾਂ ਕੀ ਗੁਸਾਈ। ਬੇਬੇ ਨਾਨਕੀ ਜੀ ਨੇ ਜਦੋਂ ਦੇਖਿਆ ਵੀ ਮਹਿਤਾ ਕਾਲੂ ਜੀ ਦੇ ਮਨ ਦੇ ਵਿੱਚ ਉਦਾਸੀ ਹੈ, ਮਹਿਤਾ ਕਾਲੂ ਜੀ ਮਨ ਦੇ ਪੱਖੋਂ ਥੋੜੇ ਉਦਾਸ ਨੇ, ਮਨ ਦੇ ਵਿੱਚ ਥੋੜਾ ਰੋਸ ਵੀ ਹੈ, ਤਾਂ ਜੈ ਰਾਮ ਜੀ ਜਿਹੜੇ ਚੱਲ ਕੇ ਆਏ ਸਨ, ਤਾਂ ਬੇਬੇ ਨਾਨਕੀ ਜੀ ਨੇ ਮਹਿਤਾ ਕਾਲੂ ਜੀ ਦੇ ਮਨ ਨੂੰ ਧਰਾਸ ਦਿੱਤਾ। ਕਹਿੰਦੇ ਵੀ ਇਹ ਹੁਣੇ ਜੈ ਰਾਮ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਸਗਾਈ ਦੇ ਵਾਸਤੇ ਕੋਈ ਅੱਛੀ ਘਰ ਦੀ ਪਰਿਵਾਰ ਦੀ ਕੋਈ ਬੱਚੀ ਦੇਖ ਕੇ ਆਏ ਨੇ, ਇਹਨਾਂ ਦੀ ਸਗਾਈ ਦੀ ਰਸਮ ਦੇ ਵਾਸਤੇ ਕਹਿੰਦੇ ਦੇਖ ਕੇ ਆਏ ਨੇ। ਦੋਹਰਾ ਹਰ ਕਿਉ ਕਾਲੂ ਕਹਿਤ ਪੁਨਾ, ਹੋਏ ਭਲੀ ਜਹ ਠੂਰ। ਦੇਖ ਜੈ ਰਾਮ ਤ੍ਰਿਜੀਐ, ਖਤਰੀ ਹਵੈ ਤਨ ਗੋਰ। ਤੇ ਜਦੋਂ ਬਾਬਾ ਕਾਲੂ ਜੀ ਨੇ ਇਹ ਗੱਲ ਸੁਣੀ ਨਾ ਵੀ ਮੇਰਾ ਜਵਾਈ ਮੇਰੇ ਪੁੱਤਰ ਦੇ ਵਾਸਤੇ ਕੋਈ ਚੰਗਾ ਖਾਨਦਾਨ ਲੱਭ ਰਿਹਾ ਹੈ ਉਹਨਾਂ ਦੇ ਵਿਆਹ ਦੇ ਬਾਅਦ, ਤਾਂ ਜੈ ਰਾਮ ਜੀ ਨੇ ਜਦੋਂ ਇਹ ਸੁਣਿਆ ਜੈ ਰਾਮ ਜੀ ਦੇ ਕੋਲੋਂ, ਤਾਂ ਮਹਿਤਾ ਕਾਲੂ ਜੀ ਦੇ ਮਨ ਦੇ ਵਿੱਚ ਕਹਿੰਦੇ ਬਹੁਤ ਖੁਸ਼ੀ ਹੋਈ ਹੈ, ਬਹੁਤ ਮਨ ਦੇ ਵਿੱਚ ਖੁਸ਼ੀ ਮਨਾਈ ਹੈ। ਤੇ ਫਿਰ ਆਖਦੇ ਨੇ, ਕਹਿੰਦੇ ਕੋਈ ਚੰਗਾ ਰੱਜਿਆ ਪੁੱਜਿਆ ਘਰ ਦੇਖਣਾ, ਵਧੀਆ ਘਰ-ਬਾਰ ਦੇਖਣਾ ਮੇਰੇ ਪੁੱਤ ਨਾਨਕ ਦੇ ਲਈ। ਤੇ ਕਹਿੰਦੇ ਇਸੇ ਤਰ੍ਹਾਂ ਕੋਈ ਖੱਤਰੀ ਵੰਸ਼ ਹੋਵੇ, ਖੱਤਰੀਆਂ ਦਾ ਪਰਿਵਾਰ ਹੋਵੇ, ਵਧੀਆ ਕੰਮਕਾਰ ਹੋਵੇ, ਇਹੋ ਜਿਹਾ ਪਰਿਵਾਰ ਤੁਸੀਂ ਲੱਭਣ ਦਾ ਯਤਨ ਕਰਨਾ ਹੈ। ਕਵਿਤ ਭਗਤ ਜੈ ਰਾਮ ਚੋਨਾ, ਗੋਤ ਮੂਲਾ ਨਾਮ ਤੇ ਤਨੂ ਜਾਹੈ ਧਾਮ ਸੁਰ ਰੰਧਾਵੇ ਪਟਵਾਰੀਏ। ਹੁਣ ਜਿਹੜੀ ਬੱਚੀ ਨੂੰ ਦੇਖ ਕੇ ਜੈ ਰਾਮ ਜੀ ਆਏ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਬਾਬਾ, ਉਹਨਾਂ ਦੇ ਹੁਣ ਪਰਿਵਾਰ ਦਾ ਜ਼ਿਕਰ ਇੱਥੇ ਕੀਤਾ ਗਿਆ। ਕਹਿੰਦੇ ਬਾਬਾ ਕਾਲੂ ਜੀ ਮੇਰੀ ਗੱਲ ਨੂੰ ਸੁਣੋ। ਜੈ ਰਾਮ ਜੀ ਆਖਦੇ ਨੇ, ਭਗਤ ਦਾ ਭਾਵ ਹੁੰਦਾ ਹੈ ਆਖਣਾ, ਬੋਲਣਾ। ਚੋਣਾ ਗੋਤ, ਮੂਲਾ ਨਾਮ। ਕਹਿੰਦੇ ਉਹਨਾਂ ਦਾ ਜਿਹੜਾ ਗੋਤ ਹੈ ਉਹ ਚੋਣਾ ਗੋਤ ਹੈ, ਤੇ ਨਾਮ ਉਹਨਾਂ ਦਾ ਮੂਲਾ ਹੈ, ਮੂਲਾ ਖੱਤਰੀ, ਮੂਲਾ ਚੰਦ ਖੱਤਰੀ ਉਹਨਾਂ ਦਾ ਨਾਮ ਹੈ। ਤੇ ਕਹਿੰਦੇ ਇਸੇ ਤਰ੍ਹਾਂ ਉਹ ਵੀ ਤੁਹਾਡੇ ਵਾਂਗ ਹੀ ਪਟਵਾਰੀ ਨੇ, ਜਿਵੇਂ ਤੁਸੀਂ ਰਾਏ ਗੁਲਾਰ ਜੀ ਦੇ ਕੋਲ ਪਟਵਾਰੀ ਦੀ ਕਾਰ ਕਰਦੇ ਹੋ ਨਾ, ਉਹ ਵੀ ਰੰਧਾਵਿਆਂ ਦੇ ਕੋਲ ਪਟਵਾਰੀ ਲੱਗੇ ਹੋਏ ਨੇ। ਭਲੋ ਹੈ ਟਿਕਾਣੋ ਚਾਹੇ ਕੀਨ ਮੈਂ ਖੁਜਾਨੋ, ਜਾਨੋ ਹੋਏ ਸੰਬੰਧ ਸੁਖ ਸਨ ਸੋਨੇ ਹਾਰੀਏ। ਕਹਿੰਦੇ ਬੜਾ ਚੰਗਾ ਘਰ ਹੈ, ਇਸ ਦੇ ਬਾਬਤ ਕਹਿੰਦੇ ਮੈਂ ਬਹੁਤ ਚੰਗੇ ਤਰੀਕੇ ਦੇ ਨਾਲ ਖੋਜ ਭਾਲ ਕੀਤੀ ਹੈ। ਮੈਨੂੰ ਇਹ ਸਮਝ ਆਉਂਦੀ ਹੈ, ਮੇਰਾ ਮਨ ਇਹ ਮੰਨਦਾ ਹੈ ਵੀ ਸਾਡਾ ਇੱਥੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸੰਬੰਧ ਪੱਕਾ ਹੋ ਜਾਵੇਗਾ, ਸਾਡਾ ਇਹ ਨਾਤਾ ਜੁੜ ਜਾਵੇਗਾ, ਸਾਡਾ ਇਹ ਪਰਿਵਾਰ ਇੱਕ ਹੋ ਜਾਵੇਗਾ। ਕਹਿੰਦੇ ਮੈਂ ਸਭ ਕੁਝ ਦੇਖ ਕੇ ਆਇਆ ਹਾਂ, ਉਹ ਘਰ ਚੰਗੇ ਤਰੀਕੇ ਦੇ ਨਾਲ ਸੁਖੀ ਵਸਦਾ ਹੈ। मोर तोर एक लाज जाने जैसे करो काज, आप तू सियानो बैन कालू जो उचारिया। ਹੁਣ ਬਾਬਾ ਕਾਲੂ ਜੀ ਜੈ ਰਾਮ ਜੀ ਨੂੰ ਆਖਦੇ ਨੇ ਵੀ ਕਹਿੰਦੇ ਮੇਰੇ ਮਨ ਦੇ ਵਿੱਚ ਇੱਕ ਵਿਚਾਰ ਹੈ, ਮੇਰੀ ਇੱਕ ਗੱਲ ਤੁਸੀਂ ਸੁਣੋ, ਧਿਆਨ ਦੇ ਨਾਲ ਸੁਣੋ। ਕਹਿੰਦੇ ਜੇਕਰ ਤੁਸੀਂ ਜਿਸ ਤਰ੍ਹਾਂ ਵੀ ਠੀਕ ਸਮਝੋ, ਜਿਵੇਂ ਵੀ ਤੁਹਾਨੂੰ ਚੰਗਾ ਲੱਗੇ, ਉਸੇ ਤਰੀਕੇ ਦੇ ਨਾਲ ਤੁਸੀਂ ਕਾਰਜ ਕਰੋ। ਤੁਸੀਂ ਬਹੁਤ ਸਿਆਣੇ ਹੋ। जैसे सुख दुनिया को शीतल सोन नैन, मेरे तैसे पिखो नानक को लालसा हमारिया। ते बाबा कालू जी आखदे ने, कहंदे जिवें मेरी धी इस घर दे विच सुखी वसदी है, तुसी मेरी धी दे हर चाह पूरे करदे हो, सुखी तरीके दे नाल तुसी वसदे हो। कहंदे मैं तुहानू सुखी देखदा,
ਤੁਹਾਨੂੰ ਦੇਖ ਕੇ ਮੇਰੇ ਮਨ ਦੇ ਵਿੱਚ ਬਹੁਤ ਖੁਸ਼ੀ ਹੁੰਦੀ ਹੈ। ਇਸੇ ਤਰ੍ਹਾਂ ਕਹਿੰਦੇ ਹੁਣ ਮੇਰੇ ਮਨ ਦੇ ਵਿੱਚ ਵੀ ਇਹ ਲਾਲਸਾ ਹੈ, ਮੇਰੇ ਮਨ ਦਾ ਵੀ ਇੱਕ ਹੋਰ ਚਾਅ ਹੈ ਵੀ ਮੈਂ ਆਪਣੇ ਪੁੱਤਰ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਜਿਹੜਾ ਪਰਿਵਾਰ ਹੈ ਨਾ, ਉਹ ਵੀ ਮੈਂ ਖੁਸ਼ੀ ਦੇਖਾਂ, ਉਹ ਵੀ ਸੁਖੀ ਵਸਦਾ ਹੋਇਆ ਦੇਖਾਂ। ਦੋਹਰਾ ਤੁਮ ਕਾਲੂ ਮਮ ਪਿਤਾ ਸਮਾ ਰਹੋ ਇਹਾਂ ਕਰ ਧਾਮ, ਨਾਨਕ ਜਨਨੀ ਆਨ ਹੋ ਭਾਖੀ ਬੈਣ ਜਾਗਾਮ। ਇਸੇ ਤਰ੍ਹਾਂ ਹੁਣ ਜੈ ਰਾਮ ਜੀ ਨੇ ਜਦੋਂ ਮਹਿਤਾ ਕਾਲੂ ਜੀ ਦੇ ਕੋਲੋਂ ਇਹ ਵਿਚਾਰ ਸੁਣੇ ਨੇ ਵੀ ਤੁਹਾਨੂੰ ਮੈਂ ਸੁਖੀ ਦੇਖ ਕੇ ਬਹੁਤ ਖੁਸ਼ ਮਹਿਸੂਸ ਕਰਦਾ, ਤਾਂ ਜੈ ਰਾਮ ਜੀ ਆਖਦੇ ਨੇ ਵੀ ਤੁਸੀਂ ਮੇਰੀ ਧਰਮ ਪਤਨੀ ਦੇ ਪਿਤਾ ਜੀ ਹੋ, ਕੱਲਾ ਇਹ ਨਾ ਸਮਝੋ ਵੀ ਤੁਸੀਂ ਉਹਨਾਂ ਦੇ ਹੀ ਪਿਤਾ ਜੀ ਹੋ, ਤੁਸੀਂ ਮੇਰੇ ਵੀ ਪਿਤਾ ਜੀ ਲੱਗਦੇ ਹੋ, ਮੇਰੇ ਵੀ ਬਾਪ ਸਮਾਨ ਹੋ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤੇ ਬੇਬੇ ਨਾਨਕੀ ਜੀ ਦੇ ਮਾਤਾ ਜੀ ਨੂੰ ਤੁਸੀਂ ਉਹਨਾਂ ਨੂੰ ਵੀ ਸਤਿਕਾਰ ਦੇ ਨਾਲ ਸਾਡੇ ਕੋਲ ਲੈ ਆਓ, ਜਾਓ ਸੁਲਤਾਨਪੁਰ ਉਹਨਾਂ ਨੂੰ ਲੈ ਕੇ ਆਓ, ਤੇ ਤੁਸੀਂ ਵੀ ਸਾਡੇ ਇਸ ਘਰ ਦੇ ਵਿੱਚ ਜਿਹੜਾ ਤੁਹਾਡਾ ਆਪਣਾ ਘਰ ਹੈ ਨਾ, ਤੁਸੀਂ ਇਸ ਘਰ ਦੇ ਵਿੱਚ ਰਹਿਣਾ ਕਰੋ। ਕਵਿਤ ਕਾਲੂ ਪਣੇ ਬੈਣ ਬਹੁ ਕਾਲ ਕੋ ਹੈ ਐਨ ਮੇਰ ਕੋ ਦੁਖ ਹੈ ਨਾ ਸੁਖ ਚੈਨ ਸੋ ਬਸਤ ਹੋ। ਤੇ ਕਹਿੰਦੇ ਇਹ ਗੱਲ ਸੁਣ ਕੇ ਹੁਣ ਮਹਿਤਾ ਕਾਲੂ ਜੀ ਆਖਦੇ ਨੇ, ਕਹਿੰਦੇ ਮੈਂ ਬੜੇ ਲੰਬੇ ਸਮੇਂ ਤੋਂ ਆਪਣੇ ਨਗਰ ਦੇ ਵਿੱਚ ਹੀ ਰਹਿ ਰਿਹਾ, ਮੈਂ ਉੱਥੇ ਰਹਿ ਕੇ ਬਹੁਤ ਸੁਖੀ ਹਾਂ, ਮੈਨੂੰ ਚੰਗੇ ਤਰੀਕੇ ਦੇ ਨਾਲ ਸੁਖ ਚੈਨ ਉਸ ਨਗਰ ਦੇ ਵਿੱਚ ਮਿਲ ਰਿਹਾ ਹੈ। ਕਾਰ ਪਟਵਾਰੀ ਤਹਾਂ ਦੀਨੇ ਰਾਏ ਸਾਰੀ ਮਮ ਲੋਕੇ ਅਨੁਸਾਰੀ ਪੁਨ ਕੈਸੇ ਨਾ ਤਜਤ ਹੋ। ਕਹਿੰਦੇ ਉਸ ਅਸਥਾਨ ਦੇ ਉੱਤੇ ਰਾਏ ਗੁਲਾਬ ਜੀ ਦੇ ਕੋਲ ਮੈਂ ਪਟਵਾਰੀ ਦੀ ਕਾਰ ਕਰਦਾ, ਤਲਵੰਡੀ ਧਰਤੀ ਦੇ ਉੱਤੇ ਮੈਂ ਸੁਖੀ ਤਰੀਕੇ ਦੇ ਨਾਲ ਜੀਵਨ ਬਤੀਤ ਕਰਦਾ ਹਾਂ, ਤੇ ਰਾਏ ਗੁਲਾਬ ਜੀ ਨੇ ਵੀ ਮੇਰੇ ਘਰ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਕਮੀ ਨਹੀਂ ਆਣ ਦਿੱਤੀ ਹੈ। ਹੋਏ ਜਿਸ ਕਾਈ ਲਿਓ ਸ਼ਬਦ ਬੁਲਾਈ, ਮੋਹ ਕੀਜੇ ਨਾ ਬਿਲੰਬ ਤੋਹਿ ਔਰ ਤੋ ਕਹਿਤ ਹੋ। ਕਹਿੰਦੇ ਮੈਂ ਤੁਹਾਨੂੰ ਇੱਕ ਗੱਲ ਕਹਿ ਦਿੰਦਾ, ਜਦੋਂ ਤੁਹਾਨੂੰ ਸਮਾਂ ਚੰਗਾ ਲੱਗੇ, ਜੇ ਸਾਡੇ ਉਸ ਮੂਲਚੰਦ ਖੱਤਰੀ ਜੀ ਦੇ ਪਰਿਵਾਰ ਦੇ ਨਾਲ ਸੰਬੰਧ ਜੁੜ ਜਾਂਦੇ ਨੇ, ਤੁਹਾਨੂੰ ਚੰਗਾ ਸਮਾਂ ਲੱਗੇ, ਤੁਸੀਂ ਸਗਾਈ ਦੇ ਵਾਸਤੇ ਚੰਗਾ ਸਮਾਂ ਮੁਕਰਰ ਕਰ ਲੈਣਾ ਤੇ ਸਾਨੂੰ ਇਸ ਸਥਾਨ ਦਾ ਸੱਦਾ ਪੱਤਰ ਭੇਜ ਦੇਣਾ, ਅਸੀਂ ਚੱਲ ਕੇ ਫਿਰ ਤੁਹਾਡੇ ਕੋਲ ਆ ਜਾਵਾਂਗੇ। ਇਸ ਕੰਮ ਦੇ ਵਾਸਤੇ ਕੋਈ ਵੀ ਦੇਰੀ ਨਹੀਂ ਕਰਨੀ ਹੈ। ਰਾਖੋ ਰਖਵਾਰੀ ਸੁਤ ਕਰੇ ਨਾ ਖੁਆਰੀ, ਧਨ ਤੀਜੇ ਮਾਤੇ ਆਪ ਤਾਂ ਕੇ ਚਿੰਤਾ ਮੈਂ ਰਹਿਤ ਹੋ। ਕਹਿੰਦੇ ਮੈਨੂੰ ਬਹੁਤ ਚਿੰਤਾ ਲੱਗੀ ਰਹਿੰਦੀ ਆਪਣੇ ਪੁੱਤ ਦੇ ਬਾਬਤ। ਹੁਣ ਤੁਸੀਂ ਕੁਝ ਉਪਰਾਲਾ ਕਰਨਾ, ਤੁਹਾਡੇ ਕੋਲ ਹੀ ਮੇਰਾ ਪੁੱਤਰ ਰਹਿ ਰਿਹਾ, ਤੁਸੀਂ ਆਪ ਹੀ ਉਹਨੂੰ ਸੁਚੱਜੇ ਢੰਗ ਦੇ ਨਾਲ ਸਮਝਾਉਣਾ ਕਰਨਾ, ਤੇ ਉਹਨਾਂ ਨੂੰ ਇਹ ਵੀ ਸਮਝਾਉਣਾ ਵੀ ਧਨ ਕਿਸ ਤਰੀਕੇ ਦੇ ਨਾਲ ਇਕੱਠਾ ਕੀਤਾ ਜਾਂਦਾ ਹੈ, ਕਿਸ ਤਰੀਕੇ ਦੇ ਨਾਲ ਕਮਾਇਆ ਹੋਇਆ ਧਨ ਅਸੀਂ ਜੋੜ ਸਕਦੇ ਹਾਂ। ਨਾਨਕੀ ਪਤਨ ਸੁਣ ਬੈਣ ਮੇ ਜਨਕ, ਤੁਮ ਭਗਤ ਸਦੀਵ ਤਨ ਖੋਤ ਨਿਤ ਮੋਰੀਆ। ਹੁਣ ਇਹ ਸੁਣ ਕੇ ਬੇਬੇ ਨਾਨਕੀ ਜੀ ਆਪਣੇ ਪਿਤਾ ਜੀ ਨੂੰ ਆਖਦੇ ਨੇ ਕਿ ਹੇ ਪਿਤਾ ਜੀ, ਤੁਸੀਂ ਆਖਦੇ ਸੀ ਨਾ, ਸਦਾ ਹੀ ਇਹ ਕਹਿੰਦੇ ਸੀ ਕਿ ਮੇਰਾ ਪੁੱਤਰ ਮੇਰਾ ਧਨ ਉਜਾੜ ਰਿਹਾ ਹੈ, ਇਹਨੇ ਮੇਰੇ ਧਨ ਦਾ ਉਜਾੜਾ ਕਰ ਦਿੱਤਾ ਹੈ। ਆਪੁਨੀ ਕਿਰਤ ਕਰ ਖੋਏ ਕਿਤੋਂ ਰਾਖੇ ਬਿਤ ਰਹੀਏ ਨ ਚਿੰਤ ਚਿਤ ਲੇਤ ਨਹਿ ਤੋਰੀਆ। ਕਹਿੰਦੇ ਤੁਸੀਂ ਇਹ ਕਰਦੇ ਸੀ ਸ਼ਿਕਾਇਤ ਵੀ ਮੇਰਾ ਧਨ ਉਜਾੜ ਦਿੱਤਾ, ਕਹਿੰਦੇ ਹੁਣ ਤਾਂ ਮੇਰਾ ਵੀਰ ਆਪਣੀ ਕਮਾਈ ਕਰਦਾ, ਆਪਣਾ ਧਨ ਕਮਾਉਂਦਾ, ਹੁਣ ਤੁਹਾਨੂੰ ਕਿਸ ਗੱਲ ਦੀ ਚਿੰਤਾ ਹੈ, ਕਿਸ ਗੱਲ ਦੀ ਫਿਕਰ ਹੈ? ਉਹ ਕੋਈ ਤੁਹਾਡਾ ਕਮਾਇਆ ਹੋਇਆ ਧਨ ਨਹੀਂ ਗਵਾ ਰਿਹਾ, ਉਸਦੀ ਆਪਣੀ ਕਮਾਈ ਹੈ, ਆਪਣੀ ਕਮਾਈ ਦੇ ਨਾਲ ਹੀ ਉਹ ਸਾਰਾ ਕਾਰ ਵਿਹਾਰ ਕਰ ਰਿਹਾ ਹੈ, ਤੇ ਤੁਹਾਨੂੰ ਹੁਣ ਕਿਸ ਗੱਲ ਦੀ ਚਿੰਤਾ ਹੈ? ਭੁੱਖੇ ਕੋ ਅਸਨ ਪੁਨ ਬਸਨ ਨਗਨ ਦਾਨੀ, ਪੁੰਨ ਬਾਣ ਰੂਪ ਕਰ ਜਾਰੀ ਨਹਿ ਚੋਰੀਆਂ। ਬੇਬੇ ਨਾਨਕੀ ਜੀ ਆਖਦੇ ਨੇ ਕਿ ਉਹ ਮੋਦੀਖਾਨੇ ਦੀ ਕਾਰ ਕਰਦੇ ਨੇ, ਜੋ ਕੁਝ ਵੀ ਉਹਨਾਂ ਦੇ ਕੋਲ ਬਚਦਾ ਹੈ, ਜੋ ਕੁਝ ਵੀ ਕਮਾਈ ਕਰਦੇ ਨੇ, ਉਹ ਕਿਸੇ ਗਲਤ ਰਾਹ ਦੇ ਉੱਤੇ ਨਹੀਂ ਲਗਾ ਰਹੇ। ਉਹਨਾਂ ਦੇ ਦਰ ਦੇ ਉੱਤੇ ਜੇਕਰ ਕੋਈ ਭੁੱਖਾ ਆਉਂਦਾ ਉਹਨੂੰ ਭੋਜਨ ਛਕਾ ਦਿੰਦੇ ਨੇ, ਜੇਕਰ ਉਹਨਾਂ ਦੇ ਦਰ ਦੇ ਉੱਤੇ ਕੋਈ ਤਨ ਤੋਂ, ਕੱਪੜਿਆਂ ਤੋਂ, ਵਸਤਰਾਂ ਤੋਂ ਜਿਹੜਾ ਹੈ ਅਧੂਰਾ ਆਉਂਦਾ ਹੈ, ਜਿਹਨੂੰ ਵਸਤਰਾਂ ਦੀ ਲੋੜ ਹੈ, ਉਹਨੂੰ ਤਨ ਦੇ ਪਹਿਨਣ ਦੇ ਲਈ ਵਸਤਰ ਵੀ ਦੇ ਦਿੰਦੇ ਨੇ। ਇਹ ਪੁੰਨ ਦਾ ਕੰਮ ਕਰਦੇ ਨੇ, ਇਹ ਭਲਾ ਕੰਮ ਕਰਦੇ ਨੇ, ਕਿਸੇ ਤਰ੍ਹਾਂ ਦੀ ਚੋਰੀ ਜਾਰੀ ਤਾਂ ਨਹੀਂ ਕਰਦੇ। ਕਰੇ ਜੇ ਕੋ ਕਰਮ ਨਿਵਾਰਨ ਧਰਮ ਤਾਂ ਕੋ ਲਗੇ, ਜਿਸ ਕਰਮ ਅਧਰਮ ਤਾਹੇ ਹੋਰੀਆ। ਤੇ ਕਹਿੰਦੇ ਜਿਹੜਾ ਵਿਅਕਤੀ ਭੈੜੇ ਕਰਮ ਕਰਦਾ ਹੈ ਨਾ, ਉਸ ਨੂੰ ਰੋਕਣਾ ਧਰਮ ਹੈ। ਵੀ ਤੁਸੀਂ ਆਖਦੇ ਹੋ ਨਾ ਮੇਰੇ ਪੁੱਤਰ ਨੂੰ ਸਮਝਾਓ,
ਕਹਿੰਦੇ ਉਹ ਤਾਂ ਚੰਗਾ ਕੰਮ ਕਰਦੇ ਨੇ, ਭਲਾ ਕੰਮ ਕਰਦੇ ਨੇ। ਜੇਕਰ ਕੋਈ ਭੈੜਾ ਕੰਮ ਕਰਦਾ ਹੋਵੇ ਉਹਨੂੰ ਰੋਕਣਾ ਸਾਡਾ ਧਰਮ ਬਣਦਾ, ਸਾਡਾ ਫਰਜ਼ ਬਣਦਾ, ਪਰ ਉਹ ਤਾਂ ਪਹਿਲਾਂ ਹੀ ਬਹੁਤ ਚੰਗਾ ਕੰਮ ਕਰਦੇ ਨੇ। ਉਹਨਾਂ ਤੋਂ ਸੇਧ ਲੈ ਕੇ ਅਨੇਕਾਂ ਲੋਕ ਚੰਗੇ ਰਾਹ ਦੇ ਉੱਤੇ ਪੈ ਗਏ ਨੇ। ਕਹਿੰਦੇ ਜੇਕਰ ਅਸੀਂ ਇਹਨਾਂ ਨੂੰ ਚੰਗਾ ਕਰਮ ਕਰਦੇ ਹੋਏ ਰੋਕਾਂਗੇ, ਇਹ ਸਾਡਾ ਅਧਰਮ ਹੋਵੇਗਾ, ਇਹ ਸਾਡਾ ਫਰਜ਼ ਨਹੀਂ। ਹਰੇਕ ਮਾਂ-ਬਾਪ ਦਾ ਫਰਜ਼ ਹੁੰਦਾ ਵੀ ਆਪਣੇ ਧੀ ਪੁੱਤਰ ਨੂੰ ਚੰਗੇ ਕਰਮ ਸਿਖਾਈਏ, ਚੰਗੇ ਸੰਸਕਾਰ ਦਈਏ। ਤੇ ਪਰ ਕਹਿੰਦੇ ਵੀ ਜਿਹੜੇ ਚੰਗੇ ਕਰਮ ਕਰਦੇ ਨੇ ਉਹਨਾਂ ਨੂੰ ਜੇਕਰ ਅਸੀਂ ਚੰਗੇ ਕਰਮ ਕਰਦਿਆਂ ਨੂੰ ਰੋਕੀਏ, ਇਹ ਸਾਡੀ ਬਹੁਤ ਵੱਡੀ ਭੁੱਲ ਹੋਵੇਗੀ। ਦੋਦਕ ਛੰਦ ਜਾਨੋ ਹੋ ਤਾਤ ਇਹ ਗਤ ਭਰਾਤੇ ਦੇਤ ਫਕੀਰ ਖਵਾਏ ਜਹਾਤੇ। ਕਹਿੰਦੇ ਦੇਖੋ ਪਿਤਾ ਜੀ, ਤੁਸੀਂ ਇਸ ਗੱਲ ਨੂੰ ਸਮਝੋ ਵੀ ਮੇਰਾ ਜਿਹੜਾ ਵੀਰ ਹੈ ਨਾ, ਉਹ ਫਕੀਰ ਸੁਭਾਅ ਦਾ ਹੈ। ਜਿਹੜਾ ਵੀ ਉਹਨਾਂ ਦੇ ਦਰ ਦੇ ਉੱਤੇ ਆਉਂਦਾ ਹੈ ਨਾ, ਉਹਦੀਆਂ ਝੋਲੀਆਂ ਭਰਦੇ ਨੇ, ਉਹਦੀਆਂ ਮੁਰਾਦਾਂ ਪੂਰੀਆਂ ਕਰਦੇ ਨੇ, ਉਹਨਾਂ ਨੂੰ ਭੋਜਨ ਛਕਾਉਂਦੇ ਨੇ, ਪਹਿਨਣ ਦੇ ਲਈ ਵਸਤਰ ਵੀ ਦਿੰਦੇ ਨੇ। ਲੋਭ ਨਹੀਂ ਤਹਿ ਕੇ ਉਰੇ ਅੰਤਰ, ਦਾਨ ਵਿਖੇ ਮਤ ਜਾਣ ਨਿਰੰਤਰ। ਤੇ ਇਸੇ ਤਰ੍ਹਾਂ ਕਹਿੰਦੇ ਉਹਨਾਂ ਨੂੰ ਹਮੇਸ਼ਾ ਹੀ ਦਾਨ ਦੇਣਾ ਤੇ ਚੰਗੇ ਕਰਮ ਕਰਨਾ, ਗਰੀਬਾਂ ਦਾ ਭਲਾ ਕਰਨਾ, ਇਸੇ ਕੰਮ ਦੇ ਵਿੱਚ ਉਹਨਾਂ ਦੀ ਰੁਚੀ ਹੈ। ਉਹ ਇਹ ਕੰਮ ਕਰਕੇ ਆਪਣੇ ਆਪ ਦੇ ਵਿੱਚ ਮਨ ਨੂੰ ਸੁਖੀ ਮਹਿਸੂਸ ਕਰਦੇ ਨੇ। ਦੌਲਤ ਖਾਂ ਨਿਰਪਤੇ ਡਰ ਆਵੇ, ਲੇਖੇ ਮੈਂ ਧਨ ਨਾ ਘਟ ਜਾਵੇ। ਤੇ ਮਹਿਤਾ ਕਾਲੂ ਜੀ ਹੁਣ ਇਸ ਗੱਲ ਦੀ ਫਿਕਰ ਕਰਦੇ ਨੇ। ਕਹਿੰਦੇ ਉਹ ਨਵਾਬ ਦੌਲਤ ਖਾਂ ਲੋਧੀ ਦੇ ਕੋਲ ਨੌਕਰੀ ਕਰਦੇ ਨੇ, ਕਿਤੇ ਇਹ ਨਾ ਹੋਵੇ ਵੀ ਕਿਸੇ ਦੀ ਮਦਦ ਕਰਦਾ ਕਰਦਾ ਮੇਰਾ ਪੁੱਤ ਵੀ ਕਿਸੇ ਮਾੜੇ ਕੰਮ ਦਾ ਸ਼ਿਕਾਰ ਹੋ ਜਾਵੇ। ਮੇਰੇ ਪੁੱਤ ਦੇ ਉੱਤੇ ਕਿਤੇ ਇਹ ਇਲਜ਼ਾਮ ਨਾ ਲੱਗ ਜਾਵੇ ਵੀ ਦੌਲਤ ਖਾਂ ਲੋਧੀ ਦੇ ਕੋਲ ਕੰਮ ਕਰਦੇ ਸੀ, ਜਦੋਂ ਲੇਖਾ ਆ ਜਾਵੇ, ਲੇਖਾ ਹੋਣਾ ਹੋਵੇ ਤੇ ਲੇਖਾ ਕਰਨ ਵੇਲੇ ਕਿਤੇ ਇਹਨਾਂ ਦੇ ਵੱਲ ਘਾਟਾ ਪੈ ਜਾਵੇ। ਮੈਂ ਇਸ ਗੱਲ ਦੀ ਫਿਕਰ ਕਰਦਾ ਹਾਂ। ਜਾਚਕ ਭੀਰ ਵੱਡੀ ਨਿਤੇ ਹੋਵੇ, ਭਾਗਤ ਲੋਕ ਸਵੇ ਇਹ ਖੋਵੇ। ਕਹਿੰਦੇ ਇਹਨਾਂ ਦੇ ਦਰ ਦੇ ਉੱਤੇ, ਇਹਨਾਂ ਦੀ ਦੁਕਾਨ ਦੇ ਉੱਤੇ ਬਹੁਤ ਲੋਕਾਂ ਦੀ ਭੀੜ ਲੱਗੀ ਰਹਿੰਦੀ ਹੈ, ਬਹੁਤ ਮੰਗਤੇ ਆ ਕੇ ਖੜਦੇ ਨੇ, ਬੰਨਿਆ ਉਹਨਾਂ ਦੀਆਂ ਫਰਿਆਦਾਂ ਪੂਰੀਆਂ ਕਰਦੇ ਨੇ, ਉਹਨਾਂ ਨੂੰ ਕੁਝ ਛਕਣ ਦੇ ਲਈ ਦਿੰਦੇ ਨੇ, ਵਸਤਰ ਵੀ ਦਿੰਦੇ ਨੇ। ਪਰ ਮੇਰੇ ਮਨ ਦੇ ਵਿੱਚ ਇੱਕੋ ਗੱਲ ਦੀ ਚਿੰਤਾ ਹੈ, ਇੱਕੋ ਗੱਲ ਦਾ ਡਰ ਹੈ, ਕਿਤੇ ਕੱਲ ਨੂੰ ਕੋਈ ਨਵਾਬ ਦੌਲਤ ਖਾਂ ਦੇ ਵੱਲੋਂ ਸਾਨੂੰ ਕੋਈ ਸ਼ਿਕਾਇਤ ਨਾ ਆ ਜਾਵੇ। ਸ਼ਸ਼ ਬੰਦਨਾ ਛੰਦ ਜਬ ਕਰ ਲੇਖਾ, ਬਦਤ ਬਸ਼ੇਖਾ ਨਹਿ ਕਟ ਜਾਈ ਪਲ ਪਤ ਆਈ। ਕਹਿੰਦੇ ਜਦੋਂ ਜਦੋਂ ਵੀ ਲੇਖਾ ਕੀਤਾ ਜਾਂਦਾ ਹੈ, ਜਦੋਂ ਜਦੋਂ ਵੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੁਆਰਾ ਕੀਤੀ ਹੋਈ ਕਾਰਗੁਜ਼ਾਰੀ ਦਾ ਹਿਸਾਬ ਕਿਤਾਬ ਕੀਤਾ ਜਾਂਦਾ, ਕਹਿੰਦੇ ਕਦੇ ਵੀ ਲੇਖੇ ਦੇ ਵਿੱਚ ਘਾਟ ਨਹੀਂ ਆਈ, ਸਗੋਂ ਉਹ ਲੇਖਾ ਵੱਧਦਾ ਹੀ ਜਾਂਦਾ ਹੈ। ਇਸੇ ਤਰ੍ਹਾਂ ਕਹਿੰਦੇ ਉਹਨਾਂ ਦੀ ਇੱਜ਼ਤ ਹਮੇਸ਼ਾ ਹੀ ਬਰਕਰਾਰ ਰਹਿੰਦੀ ਹੈ। ਇਹ ਕਰਤਾਰਾ ਤਾਰੇ ਅਵਤਾਰਾ, ਭਵ ਭਵ ਮਾਹੀ ਨਰ ਤਨ ਨਾਹੀ। ਕਹਿੰਦੇ ਇਹ ਤਾਂ ਕਰਤਾਰ ਨੇ, ਆਪ ਸੰਸਾਰ ਨੂੰ ਸਵਾਰਨ ਦੇ ਵਾਸਤੇ ਅਵਤਾਰ ਧਾਰਨ ਕੀਤਾ ਹੈ, ਸੰਸਾਰ ਦੇ ਵਿੱਚ ਅਵਤਾਰ ਧਾਰਨ ਕੀਤਾ, ਪ੍ਰਗਟ ਹੋਏ ਨੇ। ਇਹ ਕੋਈ ਮਨੁੱਖਾ ਸਰੀਰ ਨਹੀਂ ਹੈ। ਇਹ ਸੁਨ ਕਾਲੂ ਕਹਿ ਸੁਖ ਪਾਲੂ, ਅਬ ਕਰ ਲੇਖਾ ਬਦਤ ਜੇ ਦੇਖਾ। ਕਹਿੰਦੇ ਇਹ ਸਾਰੀ ਵਿਚਾਰ ਸੁਣ ਕੇ ਹੁਣ ਕਾਲੂ ਜੀ ਨੇ ਆਖਿਆ ਹੈ, ਕਹਿੰਦੇ ਇਹ ਤਾਂ ਹੁਣ ਤੱਕ ਭਲਾ ਹੀ ਹੈ, ਪਰ ਹੁਣ ਲੇਖਾ ਕਰਕੇ ਵੇਖ ਲਓ, ਜੇ ਵੱਧ ਜਾਵੇ ਤਾਂ ਮੈਂ ਵੇਖਾਂਗਾ। ਤੁਸੀਂ ਆਖਦੇ ਹੋ ਨਾ ਵੀ ਲੇਖਾ ਵੱਧਦਾ ਹੀ ਗਿਆ, ਜਿਸ ਤਰੀਕੇ ਦੇ ਨਾਲ ਮੈਂ ਦੇਖ ਕੇ ਆਇਆ ਉਹਨਾਂ ਦੇ ਦਰ ਦੇ ਉੱਤੇ ਜਿਹੜੀ ਭੀੜ ਲੱਗੀ ਹੈ ਨਾ, ਦੁਬਾਰਾ ਲੇਖਾ ਕਰਾ ਕੇ ਦੇਖ ਲੈਣਾ, ਹੁਣ ਤਾਂ ਨਹੀਂ ਵੱਧਦਾ। ਮਮ ਕਹਿ ਮਾਨੋ ਮਨ ਪਹਿਚਾਨੋ, ਕਰੋ ਉਪਾਈ ਦਰਬ ਖਸਾਈ। ਕਹਿੰਦੇ ਮੇਰਾ ਕਿਹਾ ਮੰਨ ਲਵੋ ਤੇ ਆਪਣੇ ਮਨ ਦੇ ਨਾਲ ਚੰਗੀ ਤਰੀਕੇ ਦੇ ਨਾਲ ਵਿਚਾਰ ਕਰੋ, ਆਪਣੇ ਮਨ ਦੀ ਪਹਿਚਾਣ ਕਰੋ, ਕੋਈ ਉਪਾਅ ਕਰੋ ਤੇ ਧਨ ਦੀ ਜਿਹੜੀ ਹੈ ਉਹ ਸੰਭਾਲ ਕਰਨੀ ਦੱਸੋ। ਕੱਖ ਲੱਖ ਜਾ ਕੇ ਇੱਕ ਸਮਤਾ ਕੇ, ਹਸ ਬਿਦ ਕੀਜੈ ਧਨ ਜਿਵ ਲੀਜੈ। ਕਹਿੰਦੇ ਉਸ ਦੇ ਵਾਸਤੇ ਕੱਖ ਭਾਵ ਜਿਹੜਾ ਸੁੱਕਾ ਘਾਹ ਹੁੰਦਾ ਅਤੇ ਲੱਖ ਬਰਾਬਰ ਹੈ। ਮਹਿਤਾ ਕਾਲੂ ਜੀ ਆਖਦੇ ਨੇ ਕਿ ਉਹਨਾਂ ਦੇ ਵਾਸਤੇ ਕੱਖ ਤੇ ਲੱਖ ਬਰਾਬਰ ਹੀ ਹੈ। ਸੁੱਕਾ ਘਾਹ ਹੋਵੇ ਚਾਹੇ 1 ਲੱਖ ਦੀ ਰਾਸ਼ੀ ਹੋਵੇ, ਉਹਨਾਂ ਦੇ ਲਈ ਇਹ ਸਾਰਾ ਬਰਾਬਰ ਹੀ ਹੈ। ਕਹਿੰਦੇ ਕੋਈ ਐਸੀ ਵਿਧੀ ਤਿਆਰ ਕਰੋ, ਕੋਈ ਐਸੀ ਨੀਤੀ ਘੜੋ ਵੀ ਅਸੀਂ ਉਹਨਾਂ ਦੇ ਕੋਲੋਂ ਧਨ ਪ੍ਰਾਪਤ ਕਰ ਸਕੀਏ। ਦੋਹਰਾ ਬਾਲੇ ਕੋ ਬੁਲਵਾਏ ਕਹਿ ਦਿਓ ਤਿਸੈ ਸਮਝਾਏ, ਹਮ ਤੁਮ ਮਿਲਤ ਹੈ ਸੋ ਕਹੈ ਲਹਿ ਬਾਤ ਮਨਾਏ।
ਹੁਣ ਭਾਈ ਬਾਲੇ ਜੀ ਨੂੰ ਬੁਲਾਇਆ ਗਿਆ, ਜਿਸ ਅਸਥਾਨ ਦੇ ਉੱਤੇ ਬੇਬੇ ਨਾਨਕੀ ਜੀ, ਜੈ ਰਾਮ ਜੀ ਤੇ ਮਹਿਤਾ ਕਾਲੂ ਜੀ ਬੈਠੇ ਨੇ, ਤੇ ਉਸੇ ਅਸਥਾਨ ਦੇ ਉੱਤੇ ਭਾਈ ਬਾਲੇ ਜੀ ਨੂੰ ਬੁਲਾ ਕੇ ਉਹਨਾਂ ਨੂੰ ਸਮਝਾਇਆ ਗਿਆ। ਕਹਿੰਦੇ ਤੁਸੀਂ ਉਹਨਾਂ ਦੇ ਨਾਲ ਰਹਿੰਦੇ ਹੋ ਤੇ ਅਸੀਂ ਤੁਸੀਂ ਮਿਲ ਕੇ ਉਸ ਨੂੰ ਇਸ ਗੱਲ ਵਾਸਤੇ ਰਾਜੀ ਕਰਨਾ ਹੈ। ਆਪਾਂ ਸਾਰਿਆਂ ਨੇ ਇਸ ਗੱਲ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਹਾਮੀ ਭਰਾਉਣੀ ਹੈ ਤੇ ਉਸੇ ਨਾਲ ਹੀ ਉਹਨਾਂ ਨੂੰ ਮਨਾਉਣਾ ਹੈ। ਇਹ ਹੁਣ ਭਾਈ ਬਾਲਾ ਜੀ ਨੂੰ ਬੁਲਾਇਆ ਗਿਆ ਇਸ ਕੰਮ ਦੇ ਵਾਸਤੇ। ਇੱਥੋਂ ਤੱਕ ਦੀ ਵਿਚਾਰ ਅਸੀਂ ਅੱਜ ਦੇ ਦੀਵਾਨਾਂ ਦੇ ਵਿੱਚ ਸਰਵਣ ਕਰ ਚੁੱਕੇ ਹਾਂ। ਰਹਿੰਦੀਆਂ ਵਿਚਾਰਾਂ ਅਸੀਂ ਅਗਲੇਰੇ ਦੀਵਾਨਾਂ ਦੇ ਵਿੱਚ ਸਰਵਣ ਕਰਾਂਗੇ। ਕੀ ਵਿਚਾਰ ਹੁਣ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਨਾਲ ਹੁੰਦੇ, ਜਾਂ ਉਹਨਾਂ ਦੇ ਜੀਵਨ ਦੇ ਪ੍ਰਸੰਗ ਦੇ ਵਿੱਚ ਕੀ ਕੌਤਕ ਵਾਪਰਦੇ ਨੇ, ਉਹ ਅਗਲੇਰੇ ਦੀਵਾਨਾਂ ਦੇ ਵਿੱਚ ਸਰਵਣ ਕਰਾਂਗੇ। ਵਿਚਾਰਾਂ ਕਰਦੇ ਭੁੱਲਾਂ ਚੁੱਕਾਂ ਹੋ ਜਾਣੀਆਂ ਸੁਭਾਵਿਕ ਨੇ। ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣ ਯੋਗ ਹੈ। ਬਖਸ਼ਦੇ ਹੋਏ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।